इंसान दी जुबान जिहड़ी है ना, इंसान दी तरबियत दसदी आ, इंसान दा खानदान दसदी आ कि इंसान किहो जे खानदान च उठण बहण वाला किस नस्ल चों तलक रखदा। अज गल करांगे जी अंसर दे उत्ते, अंसर और मिस्टर पतलू। 2 दिन हो गए सोशल मीडिया के उत्ते बड़ा ववेला मचिया आया कि अंसर जिहड़ा ओहदे नाल ज्यादती हो गई आ, वकील ने ओहदे नाल बड़ी ज्यादती कर दित्ती आ। लेकिन अज कुछ चीज़ां तुहाडे सामने रखांगा, ये चीज़ां तुसीं सुननियां, सुनने तो बाद तुसीं फैसला करना। ये मेरी थोड़ी जी राय आ, मैं किसी नूं बेइज्जत नहीं करना चाहता, लेकिन बदनाम नहीं करना चाहता, लेकिन कुछ चीज़ां जिहड़ियां बड़ियां इंपॉर्टेंट हुंदियां। मैं अज भी ये कहांगा कि अगर किसी खानदानी बंदे दे उत्ते जिन्ना मर्जी बुरा टाइम आ जाए, ਉਹਦਾ लहजा, ਉਹਦਾ उठना बहना, ਉਹਦੀ हर शै ਜਿਹੜੀ ਉਹ ਤੁਹਾਨੂੰ ਦੱਸੇਗੀ कि बंदा नस्ली है। ਤੇ ਪਤਲੂ ਸਾਹਿਬ जी ਕਹਿੰਦੇ कि एक इन्हां दा प्रोग्राम आया सी ਜਿਹਦੇ कह रहे थे कि मैं कदी किसी लड़की नूं हाय दा मैसेज नहीं किया। भाई हाय दा मैसेज तू नहीं किया, लड़कियां कर लैंदियां होणगियां पहले, फिर तू शुरू हो जाना। उस तो बाद एक वकील साहब ने इन्हां दी एक वीडियो लाई आ जिहदे विच उन्होंने दस्सिया कि पतलू साहब जिहड़े आ पहले तो शादीशुदा आ ते इहदा कोई 50 तोले जेवर दा रौला। हुण पतलू साहब लोग कहंदे कि एक एक दिन दे विच 30 35 करोड़ रुपया कमाउण वाला बंदा, जे 35 करोड़ कमाउण वाला बंदा 50 तोले सोने की कीमत कितनी हो सकती है? 3 लाख नूं तोला लाओ तो 1.5 करोड़ रुपया। वो 1.5 करोड़ रुपया एक मिनट जो तुसीं अगे फड़ाओ, फड़ा के जान छुड़ जाती है, काम खत्म। लेकिन पतलू साहब 1.5 करोड़ नहीं दे सकते। फिर पतलू साहब दे बजाए इसके कि उस सैटलमेंट नूं बकायदा अपनी जिहड़ी बेगम सी साबका जिन्होंने तलाक देती आ, ਉਹਦੇ ਨਾਲ बैठ के मामला तय करता, पतलू साहब ने सीधी काल कर मारी वकील साहब ਨੂੰ। वकील साहब ने ਜਿਹੜੀ ਗੱਲ ਕੀਤੀ ਸੀ, वकील साहब ने ਗੱਲ बड़ी सैट ਕੀਤੀ ਸੀ, मेरे हिसाब ਨਾਲ उन्होंने ठीक ही किया ਸੀਗਾ। अच्छा, पतलू साहब ਦੇ ਉੱਤੇ अरूज ਚੱਲ ਰਿਹਾ, लेकिन ਕਹਿੰਦੇ ਆ कि अरूज ਸਾਂਭਣਾ हर ਬੰਦੇ ਦਾ ਕੰਮ ਨਹੀਂ ਹੈਗਾ। अरूज ਦੇ ਵਿੱਚ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਬੰਦੇ ਦੇ ਮਾਮਲਾ ਜਿਹੜੇ ਉਹ ਸਾਰੇ ਡਿਸਕਸ ਹੋਣ ਲੱਗ ਪੈਂਦੇ ਆ ਤੇ पतलू साहब अरूज ਦੇ ਵਿੱਚ ਡੋਲੇ ਖਾਂਦੇ ਆ। ਤੁਸੀਂ ਅਕਸਰ ਵੇਖਿਆ ਹੋਣਾ ਲਾਈਵ ਦੇ ਉੱਤੇ ਬਹਿ ਕੇ ਜਿੰਨੀ ਗੰਦੀ ਜ਼ੁਬਾਨ ਪਤਲੂ ਬੋਲਦਾ ਉਨੀ ਕੋਈ ਨਹੀਂ ਬੋਲਦਾ। ਅੱਜ ਇੱਕ YouTube ਦੇ ਉੱਤੇ ਕਾਲ ਚੱਲ ਰਹੀ ਆ, ਉਸ ਕਾਲ ਦੇ ਵਿੱਚ ਪਤਲੂ ਆਪਣੀ ਉਸ ਬੇਗਮ ਨੂੰ ਜਿਹੜੀ ਸਾਬਕਾ ਕਹਿ ਲਓ ਜਾਂ ਕੁਝ ਕਨਫਰਮ ਨਹੀਂ ਹੈਗਾ ਜੇ ਕੀ ਡਰਾਮਾ ਚੱਲ ਰਿਹਾ, ਉਹਨੂੰ ਗਾਲਾਂ ਕੱਢ ਰਿਹਾ। ਉਹ ਗਾਲਾਂ ਅਗਰ ਕੋਈ ਜਾਨਵਰ ਵੀ ਸੁਣ ਲਵੇ ਨਾ ਤੇ ਉਹ ਵੀ ਮੈਂ ਕਹਿੰਦਾ 36 ਦਿਨ ਮੂੰਹ ਨਾ ਧੋਵੇ, ਏਡੀ ਗੰਦੀ ਜ਼ੁਬਾਨ। ਉਹ ਬੱਚੀ ਕਹਿ ਰਹੀ ਹੈ ਕਿ ਤੂੰ ਕਿਹਾ ਸੀ ਮੈਂ ਆਪਣੇ ਅੱਬੇ ਨਾਲ ਗੱਲ ਕਰਕੇ ਤੇ ਘਰ ਸੈਟਲਮੈਂਟ ਕਰਦਾ, ਆਪਾਂ ਇਕੱਠੇ ਰਵਾਂਗੇ, ਤੇ ਤੂੰ ਪਤਲੂ ਸਾਹਿਬ ਨੂੰ ਇੱਕੋ ਹੀ ਗੱਲ ਆਂਦੀ ਆ, ਗਾਲਾਂ ਕੱਢੀ ਜਾਂਦਾ। ਜਦੋਂ ਬੰਦਾ ਝੂਠਾ ਹੋਵੇ ਨਾ ਤੇ ਉਹਨੂੰ ਸਿਵਾਏ ਸ਼ੋਰ ਪਾਉਣ ਤੋਂ ਹੋਰ ਕੋਈ ਕੰਮ ਨਹੀਂ ਹੁੰਦਾ। ਇਹ ਮਾਮਲਾ ਕੋਈ ਐਡਾ ਵੱਡਾ ਨਹੀਂ ਸੀਗਾ, 4 ਬੰਦੇ ਬਿਠਾ ਕੇ ਉਹਦੇ ਨਾਲ ਮਾਮਲਾ ਸੈੱਟ ਕਰਦਾ, ਜੋ ਲੈਣਾ ਦੇਣਾ ਸੀ ਉਹਨਾਂ ਲੈਣਾ ਦੇਣਾ ਕਰਦਾ, ਖਤਮ। ਪਤਲੂ ਸਾਹਿਬ ਤੁਹਾਨੂੰ ਪਾਕਿਸਤਾਨ ਚੋਂ ਚੁੱਕ ਕੇ ਬਾਹਰ ਲਿਜਾਣ ਵਾਲਾ ਬੰਦਾ। ਬਾਹਰ ਦੇ ਲੋਕ ਮਿਸਾਲ ਪਤਾ ਕੀ ਦਿੰਦੇ ਆ, ਜਿਹੜਾ ਬੰਦਾ ਤੁਹਾਨੂੰ 에ਅਰਪੋਰਟ ਤੋਂ ਪਹਿਲੀ ਵਾਰੀ ਲੈ ਆਵੇ ਆਪਣੇ ਕੁਆਟਰ 'ਚ ਤੇ ਦੂਸਰਾ ਪਹਿਲਾ ਖਾਣਾ ਖਵਾ ਦੇਵੇ ਨਾ, ਤੁਸੀਂ ਮਰਦੇ ਦਮ ਤੱਕ ਉਹਦਾ ਸਾਨ ਨਾ ਭੁੱਲੋ। ਤੇ ਤੈਨੂੰ ਤੇ ਉਹ ਆਪਣਾ ਨਾਂ ਦੇ ਕੇ, ਨੈਸ਼ਨੈਲਿਟੀ ਦੇ ਕੇ, ਨਿਕਾਹਨਾਮੇ 'ਚ ਰੱਖ ਕੇ ਪਾਕਿਸਤਾਨ ਨੂੰ ਬਾਹਰ ਲੈ ਗਈ। ਤੇਰੇ ਤੇ ਫੇਮ ਆਇਆ, ਅਰੂਜ ਆਇਆ ਤੇ ਤੂੰ ਉਹਨੂੰ ਛੱਡ ਦਿੱਤਾ। ਹੁਣ ਉਹ ਕੁੜੀ ਕਹਿ ਰਹੀ ਆ ਕਿ ਪਤਲੂ ਸਾਹਿਬ ਜਿਹੜੇ ਆ ਇਹਨਾਂ ਦਾ ਜ਼ੋਈ ਨਾਮੀ ਇੱਕ ਟਿਕਟੋਕਰ ਹੈ, ਉਹਦੇ ਨਾਲ ਚੱਕਰ ਚੱਲ ਰਿਹਾ। ਇੱਕ ਮਲਕ ਜ਼ੋਈ ਆ, ਉਹ ਨਹੀਂ, ਇੱਕ ਜ਼ੋਈ ਹੋਰ ਹੈ, ਉਹਦੇ ਨਾਲ ਚੱਕਰ ਚੱਲ ਰਿਹਾ। ਉਸ ਕੁੜੀ ਨੇ ਖੁਦ ਪਤਲੂ ਦੀ ਬੇਗਮ ਨੂੰ ਦੱਸਿਆ ਕਿ ਮੇਰਾ ਉਹਦੇ ਨਾਲ ਅੱਖ ਮਟਕਾ ਸ਼ੁਰੂ ਆ। ਫਿਰ ਪਤਲੂ ਸਾਹਿਬ ਕਿਵੇਂ ਮੁੱਕਰਦੇ ਆ। ਹੁਣ ਪਤਲੂ ਸਾਹਿਬ 2 ਦਿਨ ਹੋ ਗਏ ਟਿਕਟੋਕ ਤੇ ਬਹਿ ਕੇ ਤੇ ਵਕੀਲ ਸਾਹਿਬ ਜਿਹੜੇ ਆ ਨਾ ਉਹਨਾਂ ਨੂੰ ਗਾਲਾਂ ਕੱਢ ਰਹੇ ਆ। ਤੇ ਅੱਜ ਵਕੀਲ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ। ਉਹ ਕਹਿੰਦੇ ਮੈਂ ਕਦੀ ਕਿਸੇ ਕੁੱਤੇ ਦੇ ਬੋਲਣ ਤੇ ਜਾਂ ਕਿਸੇ ਬੰਦੇ ਦੇ ਜਿਹੜੇ ਪਿੱਠ ਪਿੱਛੋਂ ਬੋਲਦੇ ਆ ਕੰਨ ਨਹੀਂ ਦਿੱਤੇ। ਹਾਂ, ਜਿੱਦਣ ਉਹ ਆ ਕੇ ਸਾਹਮਣੇ ਉਹ ਗੱਲ ਕਰੇਗਾ ਤੇ ਮੈਂ ਪਿੱਛੇ ਹਟ ਗਿਆ, ਮੈਂ ਨਾ ਬੋਲਿਆ, ਕੁਛ ਨਾ ਕੀਤਾ ਤਾਂ ਸਮਝੋ ਮੈਂ ਕਮਜ਼ੋਰ ਹਾਂ। ਤੇ ਹਜੇ ਉਹਦੇ ਤੇ ਅਰੂਜ ਚੱਲ ਰਿਹਾ। ਤੇ ਅਰੂਜ ਦੇ ਦਿਨਾਂ ਦੇ ਵਿੱਚ ਸਾਰੇ ਹੀ ਤੁਹਾਡੇ ਨਾਲ ਹੁੰਦੇ ਆ। ਜਦੋਂ ਅਰੂਜ ਮੁੱਕਦਾ ਨਾ ਪਤਾ ਫਿਰ ਲੱਗਦਾ। ਤੇ ਪਤਲੂ ਸਾਹਿਬ ਅਰੂਜ ਨੂੰ ਜ਼ਵਾਲ ਜ਼ਰੂਰ ਆਉਂਦਾ ਹੈ। ਤੁਸੀਂ ਕਿਸੇ ਬੰਦੇ ਦੀ ਹਾਲ ਆਈ ਆ,
ਕਿਸੇ ਦੇ ਨਾਲ ਜ਼ਿਆਦਤੀ ਕੀਤੀ ਹੈ ਜਿਹੜੀ ਹੁਣ ਤੁਹਾਡੇ ਸਾਹਮਣੇ ਆ ਰਹੀ ਹੈ। ਸੋਚੋ ਕਿਹਦੇ ਨਾਲ ਜ਼ਿਆਦਤੀ ਕੀਤੀ ਹੈ। ਇਹ ਜਿਹੜੀਆਂ ਤੁਸੀਂ ਸੀੜੀਆਂ ਚੜ੍ਹੇ ਆ ਨਾ ਉੱਤੇ, ਇਹ ਸੀੜੀਆਂ ਤੁਸੀਂ ਕਿਸੇ ਨਾ ਕਿਸੇ ਦੀਆਂ ਲੱਤਾਂ ਖਿੱਚ ਕੇ ਚੜ੍ਹੇ ਆ। ਅੱਜ ਤੁਹਾਨੂੰ ਲੋਕ ਪਸੰਦ ਕਰਦੇ ਆ, ਤੁਸੀਂ ਉਹ ਪਰਦੇਸੀਆਂ ਵਾਲੇ ਗਾਣੇ ਲਾ ਕੇ ਲਾਈਵ ਤੇ ਬਹਿ ਕੇ, ਪਿਛਲੇ ਦਿਨ ਪਤਲੂ ਕਹਿ ਰਿਹਾ ਸੀਗਾ ਕਿ ਮੈਂ 12 ਸਾਲ ਲਾਏ ਆ ਇੰਨੀ ਇੱਜ਼ਤ ਹਾਸਲ ਕਰਨ ਲਈ। ਉਹ 12 ਸਾਲ ਲਾਏ ਆ ਇੰਨੀ ਇੱਜ਼ਤ ਹਾਸਲ ਕਰਨ ਲਈ, ਇੱਜ਼ਤ ਕਿਹਦੇ ਨਾਲ ਮਿਲੀ ਹੈ? ਪਤਲੂ ਦੇ ਨਾਲ ਜਿੰਨੇ ਗਿਫਟਰ ਆਉਂਦੇ ਉਹ ਲੜ ਕੇ ਕਿਉਂ ਚਲੇ ਜਾਂਦੇ ਆ? ਬਦਤਮੀਜ਼ ਬੰਦਾ, ਇਹਨੂੰ ਪਤਾ ਹੀ ਨਹੀਂ ਕੀ ਹੈ اخلاق। ਅੱਛਾ, ਪਿਛਲੇ 6 ਮਹੀਨੇ ਪਹਿਲੇ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਇਹਨਾਂ ਨੇ ਕੋਈ ਦੁਬਈ ਦੇ ਵਿੱਚ ਸ਼ੋਅ ਕਰਵਾਇਆ ਸੀ ਤੇ ਸੰਜੇ ਦੱਤ ਦੇ ਨਾਲ ਖੜਾ ਇੱਕ ਸੈਲੀਬ੍ਰਿਟੀ ਆ, ਤੁਸੀਂ ਉਹਨੂੰ ਪੈਸਾ ਦੇ ਕੇ ਸੱਦਿਆ, ਠੀਕ ਹੋ ਗਿਆ, ਲੇਕਿਨ ਉਹਨੂੰ ਇਹਨੇ ਇਸ ਤਰ੍ਹਾਂ ਇਗਨੋਰ ਕੀਤਾ ਸੀਗਾ ਕਿ ਜਿਸ ਤਰ੍ਹਾਂ ਉਹ ਕੋਈ ਮੁਲਾਜ਼ਮ ਇਹਨਾਂ ਦਾ ਸੀਗਾ। ਉਸ ਬੰਦੇ ਦਾ ਵੱਡਾਪਨ ਵੇਖੋ, ਉਹਨੇ ਕੋਈ ਗੱਲ ਨਹੀਂ ਕੀਤੀ, ਆਪਣਾ ਸ਼ੋਅ ਚ ਆਇਆ, ਆ ਕੇ ਚਲਾ ਗਿਆ। ਅੱਜ ਪਤਲੂ ਦੇ ਉੱਤੇ ਕੁੱਤਿਆ ਹੋ ਰਹੀ ਹੈ। ਬਹੁਤ ਸਾਰੇ ਇੱਥੇ ਉਹਦੇ ਚੇਲੇ ਆਣਗੇ, ਮਾਮੇ ਤਾਏ ਜਿਹੜੇ ਉਹਦੇ ਚਹੇਤੇ ਬਣ ਰਹੇ ਆ, ਉਹਦੇ ਹੱਕ 'ਚ ਵੀਡੀਓ ਪਾ ਰਹੇ ਆ। ਦੇਖੋ ਦੋਨੋਂ ਸਾਈਡ ਦੀਆਂ ਵੀਡੀਓ ਸੁਣੋ। ਇਹ ਮਾਮਲਾ ਇੱਥੇ ਤੱਕ ਆਣਾ ਹੀ ਨਹੀਂ ਚਾਹੀਦਾ ਸੀਗਾ, ਵਕੀਲ ਤੱਕ ਵੀ ਨਹੀਂ ਜਾਣਾ ਚਾਹੀਦਾ ਸੀਗਾ। ਪਤਲੂ ਸਾਹਿਬ, ਤੈਨੂੰ ਉਹਨੇ ਇੱਜ਼ਤ ਦੇ ਕੇ ਆਪਣਾ ਖਸਮ ਬਣਾਇਆ ਸੀਗਾ, ਪਰ ਤੂੰ ਖਸਮ ਵੀ ਨਹੀਂ ਬਣ ਸਕਿਆ। ਕਹਿੰਦੇ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਉਹ ਹਾਲ ਆ ਤੇਰਾ। ਤੇ ਹੁਣ ਤੂੰ ਲੋਕਾਂ ਨੂੰ ਸਿਰਫ ਗਾਲਾਂ ਕੱਢਣ ਦਾ ਹੀ ਕੰਮ ਲਿਆ ਆ। ਔਰ ਗਾਲਾਂ ਉਸ ਕੁੜੀ ਨੂੰ ਜਿਹੜੀਆਂ ਨੇ ਗਾਲਾਂ ਕੱਢੀਆਂ, ਕਾਲ ਜਿਹੜੀਆਂ ਨੇ YouTube ਤੇ ਚੱਲ ਰਹੀ ਆ, ਕਾਲ ਲੀਕ, ਉਹ ਸੱਚੀ ਆ ਜਾਂ ਝੂਠੀ ਆ ਮੈਂ ਨਹੀਂ ਕਹਿ ਸਕਦਾ। ਹੋ ਸਕਦਾ AI ਤੋਂ ਬਣੀ ਹੋਵੇ, ਲੇਕਿਨ ਉਹਦੇ ਵਿੱਚ ਜਿਹੜੀਆਂ ਪਤਲੂ ਸਾਹਿਬ ਗਾਲਾਂ ਕੱਢ ਰਹੇ ਆ ਨਾ, ਉਹ ਗਾਲਾਂ ਸੁਣ ਕੇ ਤੇ ਬੰਦਾ, ਮੈਂ ਕਹਿੰਦਾ, ਡੁੱਬ ਮਰਨ ਨੂੰ ਦਿਲ ਕਰਦਾ। ਇੱਕ ਮਰਦ ਦੀ ਸ਼ਾਨ ਇੱਕ ਔਰਤ ਨੂੰ ਇਸ ਤਰ੍ਹਾਂ ਦੀਆਂ ਗਾਲਾਂ ਕੱਢਣੀਆਂ ਜ਼ੇਬ ਹੀ ਨਹੀਂ ਦਿੰਦਾ। ਇੱਕ ਡੰਗਰ ਬੰਦੇ ਦਾ ਕੰਮ ਹੈ ਇਹੋ ਜਿਹੇ ਕੰਮ ਕਰਨਾ। ਪਤਲੂ ਸਾਹਿਬ ਉਹ ਗਾਲਾਂ ਕੱਢ ਰਹੇ ਆ, ਖੁਸ਼ ਹੋ ਰਹੇ ਆ। ਤੇ ਦੇਖੋ ਤੁਸੀਂ ਮਾਮਲਾ ਤੁਹਾਡਾ ਖਰਾਬ ਆ, ਤੁਹਾਨੂੰ ਜਿਹੜਾ ਬੰਦਾ ਛੇੜ ਰਿਹਾ ਉਹਨੂੰ ਜਾ ਕੇ ਮਾਮਲਾ ਸੈਟਲ ਕਰੋ, ਬਜਾਏ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਤੁਸੀਂ ਗਾਲਮ ਗਲੋਚ ਕਰੀ ਜਾ ਰਹੇ ਹੋ। ਉਸ ਵਕੀਲ ਨੂੰ ਗਾਲਾਂ ਕੱਢਣ ਦਾ ਤੇਰਾ ਕੀ ਕੰਮ ਬਣਦਾ? ਤੂੰ ਵਕੀਲ ਨੂੰ ਕਾਲ ਕੀਤੀ ਕਿਉਂ? ਤੇਰੇ ਮੁਖਾਲਫ ਪਾਰਟੀ ਦਾ ਵਕੀਲ ਆ, ਤੇਰਾ ਉਹਨੂੰ ਕਾਲ ਹੀ ਨਹੀਂ ਕਰਨਾ ਬਣਦਾ, ਫਿਰ ਤੂੰ ਕਾਲ ਕਿਉਂ ਕੀਤੀ? ਫਿਰ ਉਹਦਾ ਕੰਮ ਸੀ, ਉਹਨੇ ਰਿਕਾਰਡ ਕਰ ਲਈ, WhatsApp ਦੀ ਕਾਲ ਸੀ, ਉਹਨੇ ਰਿਕਾਰਡ ਕਰਕੇ ਲਾਤੀ। ਹੁਣ ਤੈਨੂੰ ਮਿਰਚਾਂ ਕਿਉਂ ਲੱਗੀਆਂ? ਪਹਿਲੇ ਇਹ ਦੱਸ। ਮਤਲਬ ਕਿ ਤੈਨੂੰ ਕਿਸੇ ਨਾ ਕਿਸੇ ਪਾਸਿਓਂ ਕੋਈ ਨਾ ਕੋਈ ਮਿਰਚਾਂ ਲੱਗੀਆਂ ਹੀ ਰਹਿਣੀਆਂ ਹਮੇਸ਼ਾ। ਬਾਕੀ ਗੱਲ ਉਹੀ ਹੈ ਕਿ ਜਿਹੜੀ ਇੱਜ਼ਤ ਹੁੰਦੀ ਹੈ ਨਾ, ਇਹ ਇੱਜ਼ਤਦਾਰ ਬੰਦੇ ਵਾਸਤੇ ਮਾਇਨੇ ਰੱਖਦੀ ਆ। ਜਿਹੜਾ ਬੇਇੱਜ਼ਤ ਬੰਦਾ ਹੋਵੇ ਉਹਨੂੰ ਕੀ ਇੱਜ਼ਤ ਨਾਲ। ਇਹ ਅੱਜ ਤੱਕ ਟਿਕਟੌਕ ਤੇ ਪਨਿਸ਼ਮੈਂਟਾਂ ਦੇ ਕੇ ਕੀ ਕਰਦੇ ਰਹੇ ਆ, ਲੋਕਾਂ ਦੀਆਂ ਧੀਆਂ ਭੈਣਾਂ ਨਚਾਉਂਦੇ ਰਹੇ ਆ। ਅੱਜ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਅੱਲਾ ਨਾ ਕਰੇ ਇਹਦੀ ਮਾਂ ਜ਼ਿੰਦਾ ਹੋਵੇ ਤੇ ਇਹਦੀਆਂ ਦਿੱਤੀਆਂ ਗਾਲਾਂ ਸੁਣੇ, ਕਿੱਥੇ ਜਾਏਗੀ? ਕੀ ਸੋਚੇਗੀ ਕਿ ਮੈਂ ਕੀ ਜੰਮਿਆ? ਬਗੈਰਤੀ ਦੀ ਇੰਤਹਾ ਹੈ। ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੇਣਾ। ਇਹ ਮੇਰਾ ਇੱਕ ਆਪਣਾ ਓਪੀਨੀਅਨ ਹੈ ਕਿ ਪਤਲੂ ਸਾਹਿਬ ਕਿਤੇ ਨਾ ਕਿਸੇ ਪਾਸੇ ਦੇ ਕਸੂਰਵਾਰ ਜ਼ਰੂਰ ਆ, ਕਿਉਂਕਿ ਇਹਨੇ ਸਿਰਫ 50 ਤੋਲੇ ਕਿਹੜੀ ਮੈਂ ਨਹੀਂ ਰੱਖਦੇ ਯਾਰ। 50 ਤੋਲੇ 1.5 ਕਰੋੜ ਕੀਮਤ ਬਣਦੀ ਹੈ। 1.5 ਕਰੋੜ ਜਿਹੜਾ ਬੰਦਾ ਇੱਕ ਦਿਨ 'ਚ ਕਮਾ ਰਿਹਾ ਉਹ ਐਵੇਂ ਦੇ ਦਿੰਦਾ। ਜਿਸ ਬੰਦੇ ਨੂੰ ਆਪਣੀ ਇੱਜ਼ਤ ਪਿਆਰੀ ਹੋਵੇ ਇਹੋ ਜਿਹਾ ਸੋਚਦਾ ਹੀ ਨਹੀਂਗਾ। ਤੇ ਪਤਲੂ ਸਾਹਿਬ ਸਭ ਬਣ ਕੇ ਬੈਠੇ ਆ।